बिल्कुल कोई भी अधिकारी नहीं पुज्या जी, कोई भी जिम्मेवार क्लर्क भी नहीं पुज्या। जिथे कि गल का कल दावा किया गया भी जिहड़ा ये होने वाला सीएम ने आम जनता की सेवा करने लिए आए ने, उत्थे इस नां दे उत्ते कुछ भी नहीं सी ते लोग उवें खज्जल खवार हो रहे ने। इसे लिए नहीं, इस तरह का कुछ नहीं हैगा जी, मैनूं इस बारे कुछ नहीं पता। मेरे कोल खबर पंजाब टीवी देखने वाले सारे दर्शकों को नमस्कार, सत श्री अकाल। पंजाब के नवे बने मुख्यमंत्री चरणजीत सिंह चन्नी ने आउंदे ही सरकारी दफ्तरों के मुलाजम ते अधिकारियों को सवेरे 9 बजे पहुंचने के जो कड़े आदेश दिते सन। आदेशों के मुताबिक समराला के सरकारी दफ्तरों में की रहा हाल, किस तरह दफ्तर पाए गए 10 बजे तक खाली, कई थावां ते 10 बजे तक दफ्तरों को ताले लगे पाए गए। सरकारी कामों को लैके लोग हो रहे दफ्तरों के बाहर खज्जल खवार। करते हाँ सरकारी दफ्तरों के मुलाजम और अधिकारियों नाल गलबात ते जानते हाँ लोगों के की राय। देखते हाँ खबर पंजाब टीवी की एक रिपोर्ट। ਅੱਜ ਜਿਹੜਾ ਦਫ਼ਤਰਾਂ ਨੂੰ ਦੇਖਦੇ ਹੋ ਤੁਸੀਂ ਵੀ ਪਹੁੰਚੇ ਹੋ, ਇੱਥੇ ਕੀ ਸੀਗਾ ਜੀ ਪੂਰਾ? देखो कल सीएम साहब ने नवे सीएम साहब बने ने चन्नी जी, उन्होंने आदेश दिते बहुत सख्त सारे अफसरां नूं भी सवेरे 9 बजे तुसीं अपने अपने दफ्तर चाहिए हो। तो अज असीं सवेर तो हरेक दफ्तर 'च गेड़ा मारिया, चाहे वो SDM ऑफिस सी, तहसील अफसर सी, ਜਾਂ EO ਦਾ ਦਫ਼ਤਰ ਸਾਡੇ ਕਮੇਟੀ ਦਾ ਸੀ ਤੇ ਫੂਡ ਸਪਲਾਈ ਦਾ ਸੀ। ਕੋਈ ਵੀ ਮੁਲਾਜ਼ਮ ਪੂਰੇ ਟਾਈਮ ਤੇ ਉੱਥੇ ਨਹੀਂ ਸੀ। ਜਿਹੜੇ ਵੱਡੇ ਅਫਸਰ ਨੇ ਉਹ ਤਾਂ ਬਿਲਕੁਲ ਹੀ ਉੱਥੇ ਹਾਜ਼ਰ ਨਹੀਂ ਸਨ। ਜਿੱਥੇ ਕਿ ਇਹ ਗੱਲ ਦਾ ਕੱਲ ਦਾਵਾ ਕੀਤਾ ਗਿਆ ਵੀ ਜਿਹੜਾ ਇਹ ਹੋਣ ਵਾਲਾ ਸੀਐਮ ਨੇ ਆਮ ਜਨਤਾ ਦੀ ਸੇਵਾ ਕਰਨ ਲਈ ਆਏ ਨੇ, ਉੱਥੇ ਇਸ ਨਾਂ ਦੇ ਉੱਤੇ ਕੁਝ ਵੀ ਨਹੀਂ ਸੀ ਤੇ ਲੋਕ ਉਵੇਂ ਖੱਜਲ ਖਵਾਰ ਹੋ ਰਹੇ ਨੇ। ਇਸੇ ਲਈ ਸਵੇਰ ਤੋਂ ਅਸੀਂ ਵੀ ਸਾਰੇ ਪਾਸੇ ਦੇਖ ਰਹੇ ਸੀ ਵੀ ਸ਼ਾਇਦ ਜਿਵੇਂ ਇਹਨਾਂ ਨੇ 4.5 ਸਾਲ ਕੀਤਾ ਤਾਂ ਕੁਝ ਨਹੀਂ, ਲਾਰੇ ਲਾਏ ਨੇ ਵੀ ਸ਼ਾਇਦ ਹੁਣ ਅਖੀਰਲਾ ਜਿਵੇਂ ਇਲੈਕਸ਼ਨ ਦਾ ਟਾਈਮ ਆਉਣੇ ਵਾਲਾ ਵੀ ਸ਼ਾਇਦ ਇਹ ਸਖਤੀ ਕਰਕੇ ਤੇ ਲੋਕਾਂ ਨੂੰ ਕੋਈ ਫੈਸਿਲਿਟੀ ਦੇਣਗੇ। ਪਰ ਫਿਲਹਾਲ ਦੀ ਘੜੀ ਇਹ ਲੱਗ ਰਿਹਾ ਵੀ ਕੋਈ ਵੀ ਅਫਸਰ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੂੰ ਟਿੱਚ ਨਹੀਂ ਜਾਣਦਾ। ਤੁਹਾਨੂੰ ਨਹੀਂ ਲੱਗਦਾ ਜਿਵੇਂ ਕਿ SDM ਤਹਿਸੀਲ ਦਾ ਮਾਲਕ ਹੁੰਦਾ ਉਹ ਆਪੇ ਨਹੀਂ ਪਹੁੰਚੇ ਹੈਗੇ 9:15 9:30 ਵਜੇ ਤੱਕ? ਦੇਖੋ ਇਹੀ ਤਾਂ ਗੱਲ ਆ ਜੀ, ਹੁਣ 9 ਵਜੇ ਦੀ ਹਦਾਇਤਾਂ ਦਿੱਤੀਆਂ ਨੇ, ਇਹ ਤਾਂ ਹਦਾਇਤਾਂ ਦੇਣ ਦਾ ਵੈਸੇ ਮਤਲਬ ਹੀ ਨਹੀਂ ਬਣਦਾ ਜੀ, ਕਿਉਂਕਿ ਅਫਸਰ ਸਾਹਿਬ ਪਹਿਲਾਂ ਬੜੀ ਭਾਰੀ ਸੀ। ਪਰ ਵੈਸੇ ਹੀ ਜਦ ਦਫ਼ਤਰ ਦਾ ਟਾਈਮ ਹੈ 9 ਤੋਂ 5 ਆ ਤੇ 9 ਵਜੇ ਸਾਡੀ ਹਾਜ਼ਰੀ ਜ਼ਰੂਰੀ ਆ। ਤੇ ਇਸ ਚੀਜ਼ ਨੂੰ ਕੁਝ ਇਹਨਾਂ ਨੇ ਟਿੱਚ ਜਾਣਦੇ ਹੋਏ ਹੁਣ ਤੱਕ ਅਫਸਰ ਕਦੇ ਨਹੀਂ ਆਏ। ਹੁਣ ਲੱਗ ਰਿਹਾ ਸੀ ਵੀ ਜਿਵੇਂ ਰਿਟਰਨ ਦੇ ਵਿੱਚ ਆਰਡਰ ਪਾਸ ਕੀਤੇ ਨੇ, ਪਰ ਫਿਰ ਵੀ ਇਹਨਾਂ ਤੇ ਕੋਈ ਅਸਰ ਨਹੀਂ। मेरा नाम प्रितपाल सिंह है जी। ਬਾਈ ਜੀ ਤੁਸੀਂ ਇੱਥੇ ਆਏ ਸੀ, ਤੁਸੀਂ ਦੇਖਿਆ 9 9:30 ਹੋ ਗਏ ਨੇ, ਕੋਈ ਅਧਿਕਾਰੀ ਇੱਥੇ ਪੁੱਜੇ ਨੇ? बिल्कुल कोई भी अधिकारी नहीं पुज्या जी, कोई भी जिम्मेवार क्लर्क भी नहीं पुज्या। ਤਹਿਸੀਲਦਾਰ ਜਾਂ ਹੋਰ ਜਿਹੜੇ ਇੱਥੇ ਅਫਸਰਸ਼ਾਹੀ ਉਹ ਆਈ ਆ? नहीं आए जी। 9 बज के इस टाइम हो रहा जी, 24 मिनट हो रहे हैं, कोई नहीं पहुंचा सर। ਅੱਛਾ ਜੀ। हाँ जी। ਕੀ ਲੱਗਦਾ ਵੀ ਸੀਐਮ ਨੇ ਜਿਹੜੇ ਆਰਡਰ ਦਿੱਤੇ ਸੀ ਉਹ ਤੇ ਕੀ ਇਹ ਫੁੱਲ ਚੜਾਤੇ ਇਹਨਾਂ ਨੇ? बिल्कुल नहीं जी, जमा भी बिल्कुल कुछ नहीं होया जी, नहीं होया जी। देख लो हम 9:30 हो गए जी, बुरा हाल है, कोई पुछ नहीं रहा। पब्लिक खड़ी है उत्थे फर्द केंद्र में जाके देख लो, उत्थे बुरे हाल ने। 100 टोकन वंडिया जाता, वो सेवा केंद्र के जाके देख लो जी, लाइनां 8 बजे लग जांदियां ने, कोई पब्लिक की कोई पुछ प्रतीत ही नहीं हैगी जी, इत्थे बिल्कुल नहीं हैगी। ਅੱਛਾ ਜੀ। ਕੀ ਮੰਗ ਕਰਦੇ ਹੋ ਤੁਸੀਂ ਵੀ ਜਿਹੜਾ ਸੀਐਮ ਕਹਿੰਦੇ ਸੀ ਵੀ ਮੈਂ ਸਖਤ ਕਾਰਵਾਈ ਕਰੂੰ, ਤੁਹਾਨੂੰ ਲੱਗਦਾ ਵੀ ਇਹਨਾਂ ਤੇ ਕਾਰਵਾਈ ਹੋਊਗੀ ਜਿਹੜੇ ਹੁਣ ਤੱਕ ਨਹੀਂ? देखो मैं तो मैनू पूर्ण भरोसा नवे CM चरणजीत सिंह चन्नी जी उत्ते, हाले नवां काम आ, वो कार्रवाई सख्त तो सख्त करनगे ही करनगे। ਕੀ ਮੰਗ ਕਰਦੇ ਹੋ? मैं मंग करदा जी, एक तो भ्रिष्टाचारी नूं नੱਥ पाई जावे, एक ਬੰਦੇ ਦੇ ਸਹੀ ਕਾਗਜ਼ਾਂ ਨੂੰ ਗਲਤ ਦਰਸਾ ਕੇ ਜਿਹੜੀ ਰਿਸ਼ਵਤਖੋਰੀ ਆ ਉਹ ਬੰਦ ਕੀਤੀ ਜਾਵੇ ਤੇ ਸਮੇਂ ਦੇ ਉੱਤੇ ਹਰ ਅਧਿਕਾਰੀ ਆਵੇ, ਪਬਲਿਕ ਦਾ ਕੰਮ ਬਿਨਾਂ ਕਿਸੇ ਵਿਤਕਰੇ ਤੋਂ ਕੀਤਾ ਜਾਵੇ। ਤੇ ਜਿਹੜੀ ਅਫਸਰਸ਼ਾਹੀ ਹੈਵੀ ਹੋਈ ਆ, ਲੋਕਾਂ ਦੇ ਕੰਮ ਨਹੀਂ ਹੁੰਦੇ, ਰਿਸ਼ਵਤ ਮੰਗੀ ਜਾਂਦੀ ਆ। ਸੀਐਮ ਤਾਂ ਕਹਿੰਦੇ ਨੇ ਅਸੀਂ ਗਰੀਬਾਂ ਦੀ ਲੋਕਾਂ ਦੀ ਸਰਕਾਰ ਆ, ਪਰ ਇੱਥੇ ਤੁਹਾਨੂੰ ਕੀ ਲੱਗਦਾ ਦਫ਼ਤਰਾਂ ਜਾ ਕੇ ਵੀ ਲੋਕਾਂ ਦੀ ਸਰਕਾਰ ਆ ਜਾਂ ਅਫਸਰਾਂ ਦੀ ਸਰਕਾਰ? ਦੇਖੋ ਜੀ ਹਲੇ ਦਿਨ 2 ਗਏ ਹੋਏ ਨੇ, ਕੈਬਨਿਟ ਦੀ ਨਵੀਂ ਮੀਟਿੰਗ, ਕੈਬਨਿਟ ਬਣ ਜਾਵੇ, ਮੀਟਿੰਗਾਂ ਹੋ ਜਾਣ, ਉਹਦੇ ਵਿੱਚ ਇਹ ਸਖਤ ਫੈਸਲੇ ਲੈ ਜਾਣਗੇ, ਮੈਨੂੰ ਪੂਰਨ ਭਰੋਸਾ ਜੀ। ਪਰ ਹਲੇ ਤੱਕ ਕਿਸੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪਬਲਿਕ ਦੀ। ਠੀਕ। ਮੈਂ ਸੇਵਾਦਾਰ ਦਾ ਕੰਮ ਕਰ ਰਹੀ ਹਾਂ। ਕੀ ਨਾਮ ਦਫ਼ਤਰ ਦਾ? ਫੂਡ ਸਪਲਾਈ ਦਫ਼ਤਰ। ਅੱਛਾ, ਕਿੰਨੇ ਮੁਲਾਜ਼ਮ ਨੇ ਟੋਟਲ ਇੱਥੇ ਕੰਮ ਦੇ? ਇੱਥੇ 7 ਜਣੇ ਆ। ਤੁਸੀਂ ਇਕੱਲੇ ਪਹੁੰਚੇ ਹੋ ਇਸ ਟਾਈਮ? ਹਾਂਜੀ। ਕਿੰਨਾ ਟਾਈਮ ਹੋ ਚੁੱਕਿਆ? 10 ਵਜ ਗਏ। ਜਿਹੜੇ ਸੀਐਮ ਨੇ ਆਰਡਰ ਕਰੇ ਸੀਗੇ ਵੀ ਜਿਹੜੇ 9 ਵਜੇ ਤੱਕ ਅਧਿਕਾਰੀ ਪਹੁੰਚਣ ਦੇ, ਪਰ ਕੋਈ ਅਧਿਕਾਰੀ ਪਹੁੰਚੇ ਨਹੀਂ, ਕੀ ਕਾਰਨ? ਪਤਾ ਨਹੀਂ ਵੀ ਜੀ, ਹੁਣ ਮੈਨੂੰ ਕੀ ਮੈਂ ਕੁਝ ਕਹਿ ਨਹੀਂ ਸਕਦੀ। ਕਿੰਨਾ ਟਾਈਮ ਹੋ ਚੁੱਕਿਆ? 10 ਤਾਂ ਵੱਜ ਗਏ ਆ। ਕੋਈ ਛੁੱਟੀ ਦੇ ਕੇ ਗਿਆ ਨਹੀਂ ਜਾਂ ਕੁਝ? ਕੋਈ ਛੁੱਟੀ ਵੀ ਨਹੀਂ ਦੇਖੇਗਾ, ਕੋਈ ਨਹੀਂ ਦੇਖੇਗਾ।
ਕਿ ਜਿਹੜਾ ਤੁਸੀਂ ਅੱਜ ਦਫ਼ਤਰ ਦੇ ਵਿੱਚ ਤੁਹਾਡਾ ਦਫ਼ਤਰ ਖਾਲੀ ਪਿਆ ਸੀ 10 ਵਜੇ ਤੱਕ ਕੋਈ ਅਧਿਕਾਰੀ ਨਹੀਂ ਪੁੱਜਿਆ, ਤੁਸੀਂ ਵੀ ਹੁਣ ਆਏ ਹੋ, ਕੀ ਜਿਹੜਾ ਲੱਗਦਾ ਸਰਕਾਰ ਦੇ ਹੁਕਮਾਂ ਨੂੰ ਤੁਸੀਂ ਟਿੱਚ ਜਾਣਦੇ ਹੋ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ, ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੇਰੇ ਕੋਲ ਬਾਹਰ ਗੋਦਾਮਾਂ 'ਚ ਕਣਕ ਵੀ ਸਟੋਰੇਜ ਆ, ਜਿਹੜੀ ਕਣਕ ਦੀ ਐਕਚੁਅਲ ਦੇ ਵਿੱਚ ਆਉਂਦੇ ਹੋਏ ਅੱਜ ਇੱਕ ਲਾਈਟ ਭੱਜੀ ਹੋਈ ਆ, ਬਾਰਿਸ਼ ਬਹੁਤ ਜ਼ਿਆਦਾ ਹੋਣ ਦੇ ਕਾਰਨ ਬਹੁਤ ਬਾਰਿਸ਼ ਹੋਈ ਆ, ਉਹਦੇ ਕਰਕੇ ਮੈਨੂੰ ਸਿੱਧਾ ਗੋਦਾਮਾਂ 'ਚ ਜਾਣਾ ਪਿਆ। ਕਿਉਂ? ਕਣਕ ਦੀ ਸਾਂਭ ਸੰਭਾਲ ਮੈਨੂੰ ਪਹਿਲਾਂ ਜ਼ਰੂਰੀ ਆ। ਦੇਖੋ 1 ਘੰਟਾ ਲੱਗਿਆ ਬਾਰਿਸ਼ ਹੋਣ ਨੂੰ, ਤੁਸੀਂ ਵੀ ਦੇਖੋ ਕਿੰਨੇ ਕੁ ਹਟੀ ਆ ਬਾਰਿਸ਼। ਮੈਂ ਜਾ ਕੇ ਕਣਕ ਦੇ ਵਿੱਚੋਂ ਜਿਹੜੇ ਚੱਕੇ ਲੱਗੇ ਨੇ ਤਰਪਾਲਾਂ ਤੋਂ ਪਾਣੀ ਕਢਾ ਕੇ ਆਇਆ, ਪਾਣੀ ਦੇਖ ਕੇ ਵੀ ਕਿਤੇ ਕਣਕ ਦੇ ਥੱਲੇ ਪਾਣੀ ਤਾਂ ਨਹੀਂ ਜਾ ਰਿਹਾ। ਇਸ ਕਰਕੇ ਮੈਂ 10 ਵਜੇ ਪਹੁੰਚਿਆ, ਇਸ ਦਾ ਹੋਰ ਕੋਈ ਕਾਰਨ ਨਹੀਂ। ਬਲਦੀਪ ਜੀ, ਬਾਕੀ ਦਫ਼ਤਰ ਦੇ ਵਿੱਚ ਨਾ AFSO ਕਿੰਨੇ ਇੰਸਪੈਕਟਰ ਨੇ ਜੀ ਇੱਥੇ ਡਿਊਟੀ ਹੈ ਜੀ? ਇੱਥੇ 3 ਇੰਸਪੈਕਟਰ ਹੋਰ ਨੇ ਜੀ, 1 AFSO ਹੈ ਜੀ। ਫਿਰ ਉਹ ਵੀ ਨਹੀਂ ਪੁੱਜੇ ਜੀ? ਮੇਰੀ ਉਹਨਾਂ ਨਾਲ ਅਜੇ ਤੱਕ ਕੋਈ ਫੋਨ ਤੇ ਕਿਸੇ ਨਾਲ ਕੋਈ ਗੱਲ ਨਹੀਂ ਹੋਈ, ਤੇ ਇੱਕ ਮੈਨੂੰ ਲੱਗਦਾ ਸਾਡੇ 2 ਇੰਸਪੈਕਟਰ ਸ਼ਾਇਦ ਛੁੱਟੀ ਦੇ ਨੇ। ਅੱਛਾ ਜੀ। ਨਹੀਂ, ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਤੁਹਾਡੇ ਅਫਸਰਸ਼ਾਹੀ ਹੈ ਚਾਹੇ AFSO ਜਾਂ ਹੋਰ, ਜਦ ਕਿ CM ਨੇ ਕਿਹਾ ਵੀ 9 ਵਜੇ ਟਾਈਮ ਤੇ ਪੁੱਜਣ ਤਾਂ ਇਹ ਟਿੱਚੇ ਜਾਣਦੇ ਨੇ? ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ, ਕਿਉਂਕਿ ਅਸੀਂ ਇੱਥੇ ਤੁਹਾਡਾ ਹਾਜ਼ਰੀ ਰਜਿਸਟਰ ਵੀ ਦੇਖਿਆ, ਮੈਡਮ ਨੇ ਤੋਂ ਦਿਖਾਇਆ, ਜਿਹਦੇ ਵਿੱਚ ਕੋਈ ਛੁੱਟੀ ਦੀ ਲਿਖੀ ਨਹੀਂ ਹੋਈ, ਉੱਥੇ ਕੁਝ ਵੀ ਨਹੀਂ, 2 ਇੰਸਪੈਕਟਰਾਂ ਦੀ ਜਿਹੜੇ ਵੀ ਹੈਗੇ ਨੇ। ਓਕੇ, ਇਹ ਮੈਂ ਦੇਖਿਆ ਨਹੀਂ, ਮੈਂ ਤਾਂ ਹੁਣ ਆਇਆ ਵਾਂ ਅੱਜ, ਮੈਂ ਹੁਣ ਆ ਕੇ ਮੈਂ ਤਾਂ ਆਪ ਹਾਜ਼ਰੀ ਹੁਣ ਲਾਉਣੀ ਆ। ਮੈਂ ਪਹਿਲਾਂ 8:30 ਵਜੇ ਦਾ ਗੋਦਾਮ ਦੇ ਵਿੱਚ ਫਿਰ ਰਿਹਾ ਵਾਂ, ਪਾਣੀ ਕਢਵਾ ਰਿਹਾ ਉੱਥੇ। ਸੋ ਮੈਨੂੰ ਪਹਿਲ ਦੇ ਆਧਾਰ ਤੇ ਦੇਖੋ, ਓਪਨ ਦੇ ਵਿੱਚ ਕਣਕ ਸਟੋਰੇਜ ਆ, ਮੈਂ ਕਣਕ ਦੀ ਸਾਂਭ ਸੰਭਾਲ ਪਹਿਲ ਦੇ ਆਧਾਰ ਤੇ ਹਾਂ। ਜਸਪ੍ਰੀਤ ਜੀ, ਤੁਸੀਂ ਇੱਕ ਕਾਂਗਰਸੀ ਲੀਡਰ ਵੀ ਹੋ ਤੇ ਵਕੀਲ ਵੀ ਹੋ। ਅੱਜ ਅਸੀਂ ਤੁਹਾਡੀ ਤਹਿਸੀਲ ਦੇ ਵਿੱਚ ਆਏ ਹਾਂ, ਜਿੱਥੇ ਕਿ 9:30 ਦਾ ਤਕਰੀਬਨ ਟਾਈਮ ਹੋ ਚੁੱਕਿਆ, ਕੋਈ ਅਫਸਰ ਨਹੀਂ ਪੁੱਜਿਆ, ਕੋਈ ਅਧਿਕਾਰੀ ਨਹੀਂ ਪੁੱਜਿਆ, ਤੁਸੀਂ ਕੀ ਦੇਖਦੇ ਹੋ? ਮੈਂ ਹੁਣੇ ਹੀ ਆਪਣੇ ਦਫ਼ਤਰ ਆਇਆ। ਬਿਲਕੁਲ ਇਹ ਗੱਲ 'ਚ ਕੋਈ ਦੋ ਰਾਏ ਨਹੀਂ। ਮੁੱਖ ਮੰਤਰੀ ਜੀ ਜਿਹੜੇ ਨਵ ਨਿਯੁਕਤ ਮੁੱਖ ਮੰਤਰੀ ਜੀ ਨੇ ਚੰਨੀ ਜੀ, ਉਹਨਾਂ ਨੇ ਕੱਲ੍ਹ ਹੀ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਸਾਰੀ ਬਿਊਰੋਕਰੇਸੀ ਨੂੰ ਕਿ ਆਫੀਸਰਸ ਜਿਹੜੇ ਨੇ ਆਪਣੇ ਦਫ਼ਤਰ 'ਚ ਸਮੇਂ ਸਿਰ ਪਹੁੰਚਣ। ਤੁਹਾਡੇ ਦੱਸਣ ਮੁਤਾਬਕ ਹੀ ਹੈ ਕਿ ਕੋਈ ਆਫੀਸਰ ਹੈ ਨਹੀਂ, ਮੈਨੂੰ ਖੁਦ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ। ਦੇਖ ਲੈਂਦੇ ਆ ਜੀ, ਆਓ ਚਲਿਏ, ਤੁਸੀਂ ਵੀ ਮੈਨੂੰ ਇਸ ਗੱਲ ਦੀ ਜਾਣਕਾਰੀ, ਹਾਂ 1 ਮਿੰਟ ਸੁਣੋ, ਤੁਸੀਂ ਪੁੱਛ ਰਹੇ ਹੋ ਨਾ ਮੈਨੂੰ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਹਜੇ ਹੁਣੇ ਆਇਆ ਤੇ ਤੁਸੀਂ ਮੈਨੂੰ ਖੁਦ ਨੂੰ ਜਾਣਕਾਰੀ ਨਹੀਂ, ਤੁਹਾਡੇ ਦੱਸਣ ਤੋਂ ਹੀ ਇਹ ਜਾਣਕਾਰੀ ਮਿਲ ਰਹੀ ਹੈ। ਬਿਲਕੁਲ ਅਫੀਸਰਾਂ ਨੂੰ ਜਿਹੜਾ ਹੈਗਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਣਾ ਚਾਹੀਦਾ, ਬਿਲਕੁਲ ਉਹਨਾਂ ਨੂੰ ਜਿਹੜਾ ਹੈ ਸਹੀ ਸਮੇਂ ਤੇ ਦਫ਼ਤਰ ਆਉਣਾ ਚਾਹੀਦਾ। ਤੁਸੀਂ ਜਿਹੜੀ ਇੱਥੇ ਦੀ ਜਾਣਕਾਰੀ CM ਤੱਕ ਪਹੁੰਚਾਉਣਗੇ ਵੀ ਜਿਹੜੇ ਅਫਸਰ ਇੱਥੇ ਨਹੀਂ ਪੁੱਜੇ, ਕਿਉਂਕਿ ਤੁਸੀਂ ਵੀ ਨੁਮਾਇੰਦੇ ਹੋ, ਇੱਕ ਵਧੀਆ ਪੋਸਟ ਤੇ ਹੋ ਕਾਂਗਰਸ ਦੀ, ਤੇ ਡੈਫੀਨੇਟਲੀ ਜਿਹੜੀ ਕੋਈ ਮੈਨੂੰ ਸੂਚਨਾ ਮਿਲੂਗੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਬਾਰੇ ਕਿ ਇਹ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਹੈਗਾ ਲੋਕਾਂ ਦੇ ਹਿੱਤਾਂ ਮੁਤਾਬਕ ਕੰਮ ਨਹੀਂ ਕਰ ਰਿਹਾ, ਬਿਲਕੁਲ ਉਹ ਸੂਚਨਾ ਸਰਕਾਰ ਤੱਕ ਪਹੁੰਚਾਉਣੀ। ਵੀ ਲਾਏ ਨੇ ਪਬਲਿਕ ਤੋਂ ਵੀ ਜਿਹੜੇ ਕੰਮ ਨੇ ਪਬਲਿਕ ਤੋਂ ਪੈਸੇ ਲੈ ਕੇ ਕੀਤੇ ਜਾਂਦੇ ਨੇ, ਤੇ ਹੁਣੇ ਇੱਕ ਬੰਦੇ ਨੇ ਐਲੀਗੇਸ਼ਨ ਲਾਏ ਭੋਗਲ ਸਾਹਿਬ ਦੇ ਵੀ ਉਹ ਸਾਡੇ ਤੋਂ ਪੈਸੇ ਮੰਗਦੇ ਨੇ, ਰਜਿਸਟਰੀਆਂ ਦੇ ਵੀ ਪੈਸੇ ਲੈ ਜਾਂਦੇ ਨੇ। ਦੇਖੋ, ਤੁਹਾਡੇ ਕੋਲ ਐਲੀਗੇਸ਼ਨ ਲਾਏ ਨੇ ਇੱਕ ਅਲੱਗ ਚੀਜ਼ ਆ, ਸਰਕਾਰ ਦੇ ਵਿੱਚ ਅਲੱਗ-ਅਲੱਗ ਫੋਰਮਸ ਨੇ ਹਰ ਸ਼ਿਕਾਇਤ ਕਰਨ ਦੇ। ਜੇ ਕਿਸੇ ਨੂੰ ਕਿਸੇ ਦੀ ਕਾਰਜਸ਼ੈਲੀ ਤੇ ਕੋਈ ਇਤਰਾਜ਼ ਆ ਕਿਸੇ ਅਫਸਰ ਦੀ, ਤੇ ਕਿਸੇ ਦੇ ਉੱਤੇ ਕੋਈ ਇਸ ਕਿਸਮ ਦੇ ਜਿਹੜੇ ਤੁਸੀਂ ਦੱਸ ਰਹੇ ਹੋ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ, ਡੈਫੀਨੇਟਲੀ ਉਹਨੂੰ ਜਿਹੜਾ ਹੈਗਾ ਇੱਕ ਪ੍ਰੋਪਰ ਫੋਰਮ ਤੇ ਐਪਲੀਕੇਸ਼ਨ SDM ਸਾਹਿਬ ਬੈਠੇ ਆ ਉੱਥੇ ਦੇਣੀ ਚਾਹੀਦੀ ਹੈ, DC ਸਾਹਿਬ ਬੈਠੇ ਨੇ ਉੱਥੇ ਦੇਣੀ ਚਾਹੀਦੀ ਹੈ। ਮੇਰੀ ਗੁਜ਼ਾਰਿਸ਼ ਆ ਉਹਨਾਂ ਸਾਰਿਆਂ ਨੂੰ ਕਿ ਇਹੋ ਜਿਹੀਆਂ ਦਰਖਾਸਤਾਂ ਦੇ ਉੱਤੇ ਜਲਦੀ ਤੋਂ ਜਲਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ। ਸਮਰਾਲੇ ਨੂੰ ਕਾਨੂੰਗੋ ਲੱਗਿਆ, ਫੀਲਡ ਕਾਨੂੰਗੋ ਸਮਰਾਲਾ ਲੱਗਿਆ ਆ। ਮੈਂ ਇੱਧਰ ਆਪਣੇ ਉਧਰੋਂ ਪਟਵਾਰਖਾਨੇ ਚੋਂ ਇੱਧਰ ਤਹਿਸੀਲ ਦਫ਼ਤਰ 'ਚ ਆਪਣੇ ਕੰਮ ਨਹੀਂ ਆਇਆ ਸੀ। ਹਾਂ, ਅਫਸਰਾਂ ਨੇ ਆਪਣੀ ਡਿਊਟੀਆਂ ਤੇ ਪਹੁੰਚਣਾ। ਅਸੀਂ ਮੈਂ ਲੇਟ ਨਹੀਂ ਪਹੁੰਚਿਆ ਹੈਗਾ, ਮੇਰਾ ਉਧਰ ਦਫ਼ਤਰ ਆ, ਮੈਂ ਉਧਰੋਂ ਆਪਣਾ ਇੱਧਰ ਤਹਿਸੀਲ ਦੇ ਵਿੱਚ ਕੰਮ ਕਰਨ ਆਇਆ ਹੋਇਆ। ਹੁਣ ਕੋਈ ਜ਼ਰੂਰੀ ਆਪਣਾ ਕੰਮ ਇੱਥੇ ਕਰਵਾਉਣ ਆਇਆ ਦਫ਼ਤਰ ਦੇ ਵਿੱਚ, ਤੇ ਇਸ ਕਰਕੇ ਮੈਂ ਇੱਧਰ ਆਇਆ ਸੀਗਾ। ਮੇਰਾ ਤਾਂ ਉਧਰ ਪਟਵਾਰਖਾਨੇ 'ਚ ਉਧਰ ਨਵਾਂ ਪਟਵਾਰਖਾਨਾ ਬਣਿਆ ਆ, ਉੱਥੇ ਦਾ ਉਧਰ ਪਟਵਾਰੀ ਆਏ ਹੋਏ ਨੇ, ਉਧਰ ਪਟਵਾਰੀ ਵੀ ਆਏ ਹੋਏ ਨੇ, ਕਾਨੂੰਗੋ ਵੀ ਆਏ ਹੋਏ ਨੇ, ਸਾਰੇ ਆਏ ਨੇ, ਆਪੋ ਆਪਣੇ ਕੰਮਾਂ 'ਚ ਬਿਜੀ ਨੇ ਸਭ। ਅਮਰਜੀਤ ਕੌਰ, ਮੈਂ ਰੀਡਰ ਤਹਿਸੀਲਦਾਰ। ਤੁਸੀਂ ਅੱਜ 9 ਵਜੇ ਪਹੁੰਚ ਕੇ ਸੀਗੇ ਆਪਣੇ ਰਾਤ CM ਦੇ ਆਰਡਰਾਂ ਦੇ ਮੁਤਾਬਕ, ਜਿਹੜੇ ਹੋਰ ਮੁਲਾਜ਼ਮ ਤੁਹਾਡੇ ਤਹਿਸੀਲ ਦੇ ਆਏ ਨੇ, ਕੀ ਕਹਿਣਾ ਜੀ ਉਹਨਾਂ ਬਾਰੇ? ਸਰ ਉਹ ਮੀਂਹ ਕਰਕੇ ਥੋੜਾ ਲੇਟ ਹੋ ਗਏ, ਤੜਕੇ ਦੀ ਬਾਰਿਸ਼ ਹੋਣ ਕਰਕੇ ਲੇਟ ਹੋ ਗਏ, ਨਹੀਂ ਤਕਰੀਬਨ ਹਮੇਸ਼ਾ 9 ਵਜੇ ਪਹੁੰਚ ਜਾਂਦਾ ਸਾਰਾ ਸਟਾਫ। ਤਹਿਸੀਲਦਾਰ ਸਾਹਿਬ ਕਿਸੇ ਸਰਕਾਰੀ ਉਹਦੇ ਨਾਲ ਦਿੱਲੀ ਗਏ ਹੋਏ ਨੇ, ਡਿਊਟੀ ਲੱਗੀ ਆ ਕੋਈ ਉਹਨਾਂ ਦੀ, ਉਹਨਾਂ ਨਾਲ ਮੈਂ ਫੋਨ ਤੇ ਤੁਹਾਡੇ ਨਾਲ ਗੱਲ ਕਰਵਾ ਦਿੱਤੀ ਸੀਗੀ ਪਹਿਲਾਂ ਹੀ। ਹਾਂਜੀ ਹਾਂਜੀ, ਕੀ ਨਾਮ ਹੈ? ਮੇਰਾ ਨਾਮ ਬਿਕਰਮਜੀਤ ਸਿੰਘ, ਪਿੰਡ ਨੀਲੋਂ ਕਲਾਂ। ਤੁਸੀਂ ਫਰਦ ਕੇਂਦਰ ਆਏ ਹੋ, ਫਰਦ ਕੇਂਦਰ ਆਏ ਹੋ, ਹਾਂਜੀ, ਪਹੁੰਚ ਗਏ ਸੀਗੇ ਜੀ? ਮੈਂ ਆ ਗਿਆ ਸੀ 9 ਵਜੇ ਯਾਰ। ਤੁਹਾਨੂੰ ਕੋਈ ਮੁਲਾਜ਼ਮ ਮਿਲਿਆ ਜੀ? ਨਹੀਂ ਉਰੇ ਕੋਈ ਮੁਲਾਜ਼ਮ ਨਹੀਂ ਮਿਲਿਆ।
ਤੁਸੀਂ ਕੀ ਰਾਤ ਸੀਐਮ ਨੇ ਕਿਹਾ ਸੀ ਵੀ 9 ਵਜੇ ਅਫਸਰਾਂ ਨੇ ਪਹੁੰਚਣਾ ਡਿਊਟੀ ਤੇ, ਤੁਸੀਂ ਕੀ ਕਹਿਣਾ ਚਾਹੁੰਦੇ ਵੀ ਅਫਸਰਾਂ ਨੇ ਅੱਜ ਫੁੱਲ ਚੜਾਤੇ ਸੀਐਮ ਦੇ ਕਹਿਣੇ ਤੇ? ਇਦਾਂ ਹੀ ਲੱਗ ਰਿਹਾ ਵੀਰੇ, ਕੋਈ ਇੱਥੇ ਦਫ਼ਤਰ ਬੰਦ ਪਿਆ ਵਾ, ਕੋਈ ਕੁਝ ਨਹੀਂ ਹੋ ਰਿਹਾ। ਕੀ ਮੰਗ ਕਰਦੇ ਹੋ ਤੁਸੀਂ ਸੀਐਮ ਤੋਂ? ਇਹ ਟਾਈਮ ਤੇ ਸਾਰਾ ਕੁਝ ਹੋਣਾ ਚਾਹੀਦਾ, ਜਿੰਨੇ ਸਰਕਾਰੀ ਕੰਮ ਨੇ ਸਾਰੇ ਟਾਈਮ ਤੇ ਹੋਣੇ ਚਾਹੀਦੇ।